ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਅੱਜ ਆਪਾਂ ਜੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ ਦਾ ਅਗਲੀ ਜਿਹੜੀ ਆਇਤਾਂ ਕਰਨੀਆਂ ਹੈਗੀਆਂ ਜੀ 22ਵੀਂ ਦੀ 20ਵੀਂ ਆਇਤ ਕਰਨ ਲੱਗੇ ਜੀ। ਟੋਟਲ ਕਿੰਨੀਆਂ? 21 ਆਇਤਾਂ, ਲਾਸਟ 2 ਆਇਤਾਂ। ਹਾਂਜੀ, ਆਖਰੀ 2 ਆਇਤਾਂ ਪ੍ਰਕਾਸ਼ ਦੀ ਪੋਥੀ ਦੀਆਂ ਹੈਗੀਆਂ ਤੇ ਆਪਾਂ 20ਵੀਂ ਆਇਤ ਆਪਾਂ ਪੜ੍ਹਦੇ ਹਾਂ ਜੀ। 22 ਦੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ, 22 ਦੀ 20ਵੀਂ 20th ਜੀ। ਹਾਂਜੀ, ਇਸ ਤਰ੍ਹਾਂ ਲਿਖਿਆ ਹੈ, ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ ਉਹ ਆਖਦਾ ਹੈ ਕਿ ਹਾਂ ਮੈਂ ਛੇਤੀ ਆਉਂਦਾ ਹੈ। ਆਮੀਨ। ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ, ਜਿਹੜੀ ਆਪਾਂ ਹੁਣ ਪੜ੍ਹੀਆਂ ਗੱਲਾਂ ਦੀ ਸਾਖੀ ਦਿੰਦਾ ਹੈ, ਉਹ ਆਖਦਾ ਹੈ ਕਿ ਹਾਂ ਮੈਂ ਛੇਤੀ ਆਉਂਦਾ ਹਾਂ। ਆਮੀਨ। ਹੇ ਪ੍ਰਭੂ ਯਿਸੂ ਆਓ। ਵਾਹ ਜੀ ਵਾਹ। ਆਮੀਨ। ਇਹ 2000 ਸਾਲ ਪਹਿਲੇ, ਹਾਂਜੀ ਕਹਿ ਲਓ 96 ਇਹ ਗੱਲਾਂ ਪਹਿਲੇ ਹੀ ਯਹੂਨਾ ਨੂੰ ਦੱਸ ਦਿੱਤੀਆਂ ਗਈਆਂ ਸਨ। ਹੁਣ ਸਵਾਲ ਤੇ ਫਿਰ ਉਹੀ ਆ ਗਿਆ ਜਿਹੜਾ ਕਿ ਸਵਾਲ ਉੱਠਦਾ ਹੈ ਜੀ 2000 ਸਾਲ ਪਹਿਲੇ, ਤੇ ਉਹ ਫਿਰ ਕਹਿੰਦਾ ਹੈ ਮੈਂ ਜਲਦ ਆਉਣਾ। ਸੋ ਇਹਦੇ ਲਈ ਅਸੀਂ ਬੜੀ ਡਿਟੇਲ ਵਿੱਚ ਆਲਰੇਡੀ ਸਟੱਡੀ ਕਰ ਚੁੱਕੇ ਹਾਂ। ਤੇ ਪੀਟਰ ਨੇ ਵੀ ਨਾ 2 ਪੀਟਰ 3 ਦੀ 2 ਪੀਟਰ ਚੈਪਟਰ 3 verse 3 and 4 and 8 and 9 ਇਹਨਾਂ ਵਰਸੇਜ ਦੇ ਚੋਂ ਨੇ ਇਹਨਾਂ ਦਾ ਜਵਾਬ ਦੇ ਦਿੱਤਾ ਹੈ। ਹੁਣ ਇਹ ਜਿਹੜੀ ਵਰਸ ਤੁਸੀਂ ਪੜ੍ਹਦੇ ਹੋ, ਇਹਦੇ 3 ਚੀਜ਼ਾਂ ਅਸੀਂ ਦੇਖਾਂਗੇ ਕਿ ਪੀਟਰ ਕੀ ਦੱਸਣ ਡਿਆ ਹੈ। ਔਰ ਇਹ ਅੱਜ ਵੀ ਸਾਡਾ ਸਵਾਲ ਹੋ ਸਕਦਾ ਹੈ ਕਿ ਦੇਖੋ ਜੀ ਉਹ ਤੇ ਉਦੋਂ ਹੀ ਕਹਿ ਰਿਹਾ ਸੀ। ਤੇ ਇਹ ਬਹੁਤ ਲੋਕੀ ਕਹਿੰਦੇ ਹੈਗੇ, ਜਿਹੜੇ ਗੈਰ ਵਿਸ਼ਵਾਸੀ ਆ ਉਹ ਵੀ ਕਹਿੰਦੇ ਆ ਜੀ। ਉਹ ਕਈ ਵਾਰੀ ਆਪਣੇ ਪਾਇਆ ਹੁੰਦਾ, ਸੜਕਾਂ ਤੇ ਖੜੇ ਹੁੰਦੇ ਆ, ਲਿਖਿਆ ਹੁੰਦਾ ਜੀਸਸ ਕਮਿੰਗ ਸੂਨ, ਯਿਸੂ ਮਸੀਹ ਛੇਤੀ ਆ ਰਹੇ ਹੈਗੇ ਆ। ਆਪਣੇ ਭਰਾ, ਆਪਣੇ ਚਰਚ ਦੇ ਵੀ ਹੈਗੇ ਭਰਾ ਆਪਣੇ, ਉਹ ਇਸ ਤਰ੍ਹਾਂ ਕਰਦੇ ਆ, ਤਾਂ ਲਿਖ ਕੇ ਪਾਉਂਦੇ ਯਿਸੂ ਛੇਤੀ ਆ ਰਿਹਾ। ਕਈ ਲੋਕੀ ਇਸ ਤਰ੍ਹਾਂ ਕਹਿੰਦੇ ਉਹ ਤਾਂ ਇੰਨੇ ਸਾਲ ਹੋ ਗਏ ਕਹੀ ਜਾਂਦੇ ਛੇਤੀ, ਹਾਲੇ ਤਾਂ ਆਇਆ ਨਹੀਂ, ਕਿੰਨਾ ਚਿਰ ਹੈ ਨਾ। ਉਹ ਛੇਤੀ ਸਮਝਦੇ ਵੀ ਘੰਟੇ ਅੱਧੇ ਘੰਟੇ 'ਚ ਆ ਰਿਹਾ ਸ਼ਾਇਦ, ਜਾਂ 1-2 ਦਿਨ 'ਚ ਆ ਰਿਹਾ। ਤੇ ਆਪਣਾ ਇਹ ਆਪਾਂ ਦੇਖਦੇ ਹਾਂ ਜੀ ਵਚਨ ਕੀ ਕਹਿੰਦਾ। ਹਾਂਜੀ ਜੀ, ਇਹ ਤੁਸੀਂ ਆਪਣਾ ਵਰਸ ਪੂਰੀ ਪੜ੍ਹ ਦੇਣਾ। ਹਾਂਜੀ ਹਾਂ, ਜਿਹੜੀ ਆਪਣੇ ਪਤਰਸ ਦੀ ਜੀ। ਹਾਂਜੀ, ਦੂਸਰੇ ਦੀ 3 ਦੀ 3 ਦੂਜਾ ਪਤਰਸ ਦਾ ਦੂਸਰਾ ਖੱਤ, ਉਹਦੀ 3 ਅਧਿਆਇ, ਉਹਦੀ 3 ਤੇ 4 ਆਇਤਾਂ। ਠੀਕ ਹੈ ਜੀ। ਇਸ ਦੇ ਵਿੱਚ ਲਿਖਿਆ ਹੈ ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾ ਦੇ ਅਨੁਸਾਰ ਚੱਲਣਗੇ ਅਤੇ ਆਖਣਗੇ ਕਿ ਉਹ ਆਉਣ ਦੇ ਕਰਾਰ ਦਾ ਕੀ ਪਤਾ ਹੈ। ਕੀ ਪਤਾ? ਹਾਂਜੀ, ਕਿਉਂਕਿ ਜਦੋਂ ਦੇ ਵੱਡ ਵਡੇਰੇ ਸੌਂ ਗਏ, ਸ੍ਰਿਸ਼ਟੀ ਦੇ ਮੁੱਢੋਂ ਸਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ। ਹਾਂਜੀ, ਤੇ ਹਾਂਜੀ ਇਸ ਤਰ੍ਹਾਂ ਲਿਖਿਆ ਹੈ। ਠੀਕ ਹੈ। ਇਹ 3 ਤੇ 4 3 ਤੇ 4 ਪੜ੍ਹੀ ਆ। 8 ਤੇ 9 8 ਤੇ 9 ਵਿੱਚ ਇਸ ਤਰ੍ਹਾਂ ਲਿਖਿਆ ਹੈ। ਇਸੇ ਦੇ ਹੀ ਦੂਜੇ ਪਤਰਸ ਦਾ ਦੂਸਰਾ ਖੱਤ, ਉਹਦੀ 3 ਅਧਿਆਇ ਤੇ 8 ਤੇ 9। ਹਾਂਜੀ, ਹੇ ਪਿਆਰਿਓ, ਇਹ ਗੱਲ ਤੁਹਾਨੂੰ ਭੁੱਲੀ ਨਾ ਰਹੇ ਕਿ ਪ੍ਰਭੂ ਦੇ ਅੱਗੇ ਇੱਕ ਦਿਨ 1000 ਵਰ੍ਹਿਆਂ ਜਿਹੜਾ ਹੈ ਅਤੇ 1000 ਵਰ੍ਹਾ ਇੱਕ ਦਿਨ ਜਿਹੜਾ ਹੈ। 9ਵੀਂ ਆਇਤ ਵਿੱਚ ਲਿਖਿਆ ਹੈ, ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ, ਜਿਵੇਂ ਕਿਨੇ ਨੂੰ ਮੱਠੇ ਦਾ ਭਰਮ ਰਹਿੰਦਾ ਹੈ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ, ਕਿਉਂ ਜੋ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਸਭੇ ਤੋਬਾ ਵੱਲ ਮੁੜਨ। ਹਾਂਜੀ, ਇੱਕ ਵਰਸ ਹੋਰ ਪਾਲੂਸ ਬਿਆਨ ਕਰ ਰਿਹਾ, ਰੋਮਨਸ ਚੈਪਟਰ 13 ਉਹਦੀ 12 ਤੋਂ 14 ਆਇਤ, ਜਿਹੜੀ ਆਖਰੀ 3 ਆਇਤਾਂ 12, 13, 14। ਓਕੇ ਜੀ। ਰੋਮੀਆਂ 13 ਦੀ ਆਖਰੀ 3 ਆਇਤਾਂ 12, 13, 14। ਓਕੇ ਜੀ, ਰੋਮੀਆਂ 13 ਦੀ 12, 13, 14।
ਠੀਕ ਹੈ ਜੀ। ਯਾਨੀ ਇਹ ਸਾਡੇ ਲਈ ਜਗ੍ਹਾ ਜਗ੍ਹਾ ਦੱਸਿਆ ਗਿਆ, ਇਸ ਲਈ ਸਾਡੇ ਜੇ ਸਵਾਲ ਦਾ ਜਵਾਬ ਹੈ ਜੀ। ਰੋਮੀਆਂ ਦੀ 13 ਦੀ 12 13 14 ਇਸ ਤਰ੍ਹਾਂ ਲਿਖਿਆ ਹੈ ਜੀ। ਰਾਤ ਬਹੁਤ ਬੀਤ ਗਈ, ਰਾਤ ਬਹੁਤ ਬੀਤ ਗਈ ਹੈ। ਹਾਂ ਹਾਂ ਹਾਂਜੀ। ਦਿਨ ਚੜ੍ਹਨ ਵਾਲਾ ਹੈ, ਹਾਂ, ਇਸ ਲਈ ਹਨੇਰੇ ਦੇ ਕੰਮ ਛੱਡ ਦਿਓ ਇਹ ਦੇਰ ਇਹਦੇ ਤੇ ਹਾਂਜੀ ਹਾਂਜੀ, ਹਨੇਰੇ ਦੇ ਕੰਮ ਛੱਡ ਦਿਓ ਅਤੇ ਚਾਨਣ ਦੀ ਸਜੋ ਪਹਿਨ ਲਈਏ, ਚਾਨਣ ਦੀ ਸੰਜੋ ਪਹਿਨ ਲਈਏ। ਹਾਂਜੀ ਹਾਂਜੀ। ਭਲਮਾਨਸਿਓ ਨਾਲ ਚਲੀਏ, ਜ਼ਿਕਰ ਦਿੰਦੇ ਚਲੀਏ ਤਾਂ ਬਦਮਸਤੀਆਂ ਬਦਮਸਤੀਆਂ ਅਤੇ ਨਸ਼ਿਆਂ ਵਿੱਚ ਨਾ, ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ ਨਾ, ਝਗੜੇ ਅਤੇ ਹਸਦ ਵਿੱਚ। ਹਾਂਜੀ। ਤੇ 14ਵੀਂ ਆਇਤ ਵਿੱਚ ਲਿਖਿਆ ਹੈ, ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਓ ਅਤੇ ਸਰੀਰ ਦੇ ਵਿਸ਼ਿਆਂ ਲਈ ਕੋਈ ਤਰਦਦ ਨਾ ਕਰੋ। ਜੀ, ਯਾਨੀ ਕਿ ਤਦਬੀਰਾਂ ਨਹੀਂ ਕਰਦੇ, ਪਲੈਨਿੰਗਸ ਆ ਕਰਾਂਗੇ। ਸੋ ਇਹ ਹਰ ਜਗ੍ਹਾ ਦੱਸਿਆ ਜਾ ਰਿਹਾ। ਹੁਣ ਨੰਬਰ 1 ਇਹ ਜਿਹੜਾ ਪੀਟਰ ਦਾ ਪੜ੍ਹਿਆ ਹੈ ਕਿ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਇੱਕ ਦਿਨ 1000 ਸਾਲ ਦੇ ਬਰਾਬਰ ਹੈ ਬਰਸ, ਤੇ 1000 ਬਰਸ ਇੱਕ ਦਿਨ ਦੇ ਬਰਾਬਰ ਹੈ। ਕਿਉਂ? ਜੇ ਖੁਦਾ ਕਿਸੇ ਵਕਤ ਦੀ ਕੈਦ ਵਿੱਚ ਨਹੀਂ ਹੈ, ਹੈ ਨਾ, ਬਿਲਕੁਲ ਵਕਤ ਦੀ ਕੈਦ ਵਿੱਚ ਤੇ ਅਸੀਂ ਹਾਂ। ਤੇ ਇਹ ਨੰਬਰ 1 ਕਿ ਇਹ ਅਸੀਂ ਦੇਖ ਲਿਆ, ਠੀਕ ਹੈ, ਕਿ ਇਹ ਚੀਜ਼ ਸਾਨੂੰ। ਦੂਸਰੀ ਇਹ ਵੇ ਕਿ ਅਸਲ ਵਿੱਚ ਜਿਹੜਾ ਲੇਟ ਹੋਣਾ ਇਹਦੇ ਤੇ ਸ਼ੱਕ ਨਾ ਕਰੀਏ, ਬਲਕਿ ਇਹ ਪਰਮੇਸ਼ਵਰ ਦੀ ਇਹਨੂੰ ਡਿਲੇ ਜਿਹੜੀ ਅਸੀਂ ਸਮਝ ਰਹੇ ਹਾਂ, ਉਹਦਾ ਧੀਰਜ, ਉਹਦਾ ਰਹਿਮ, ਉਹਦਾ ਧੀਰਜ, ਉਹਦੀ ਦਇਆ ਤੇ ਉਹਦਾ ਕਿਰਪਾ ਹੀ ਸਮਝੀਏ। ਕਿਉਂ? ਜੇ ਉਹ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਜਿਨ ਤੁਸੀਂ ਇਹਦੇ ਵਿੱਚ ਪੜ੍ਹਿਆ, ਉਹ ਚਾਹੁੰਦਾ ਕਿ ਸਾਰਿਆਂ ਦੀ ਤੌਬਾ ਤੱਕ ਨਾ। ਇੱਕ ਜ਼ਰੂਰੀ ਗੱਲ ਇਹ ਵੇ ਕਿ ਜਿਉਂ ਹੀ ਇਹ ਸਿਸਟਮ ਸ਼ੁਰੂ ਹੋਏਗਾ ਤੇ ਫਿਰ ਇਹਨੇ ਖਲੋਣਾ ਨਹੀਂ, ਤੇ ਫਿਰ ਤੌਬਾ ਦਾ ਮੌਕਾ ਨਹੀਂ ਮਿਲਣਾ। ਲੇਕਿਨ ਕੁਛ ਲੋਕ ਇਹ ਜਿਹੜੀ ਧੀਰਜ ਜਾਂ ਉਹਦੀ ਕਿਰਪਾ ਜਾਂ ਉਹਦੀ ਅਨੁਗ੍ਰਹ ਨੂੰ ਕਮਜ਼ੋਰੀ ਸਮਝ ਰਹੇ ਨੇ, ਜਦੋਂ ਕਮਜ਼ੋਰੀ ਨਹੀਂ ਗੀ, ਉਹ ਇਹ ਕਹਿ ਰਹੇ ਨੇ ਤੌਬਾ ਕਰ ਲੈ ਤਾਂ ਕਿ ਤੂੰ ਵੀ ਬਚ ਜਾਏ। ਕਿਉਂਕਿ ਜਦੋਂ ਇਹ ਈਵੈਂਟਸ ਇੱਕ ਸ਼ੁਰੂ ਹੋਇਆ ਨਾ, ਤੇ ਫਿਰ ਆਪਣੇ ਟਾਈਮ ਤੇ ਉਦੋਂ ਕਿਹਨੂੰ ਮੌਕਾ ਮਿਲਣਾ, ਠੀਕ ਹੈ। ਸੋ ਇਹ ਦੂਸਰੀ ਗੱਲ ਸੀ। ਤੀਸਰੀ ਇਹ ਵੇ ਕਿ ਜਜਮੈਂਟ ਦੀ ਗੱਲ ਹੋ ਰਹੀ, ਨਿਆਂ ਦੀ। ਦੇਖੋ, ਮਸੀਹ ਯਿਸੂ ਦੀ ਆਣੇ ਦੇ ਵਿੱਚ ਦੇਰ ਜਿਹੜੀ ਹੈ ਉਹ ਇਹੋ ਹੀ ਲੋਕ ਕਰਨ ਦੇ ਨੇ ਜਿਹੜੇ ਹਾਲੇ ਤੱਕ ਤੌਬਾ ਨਹੀਂ ਪੇ ਕਰਦੇ। ਕਿਉਂਕਿ ਖੁਦਾ ਨੇ ਇਬਰਾਹਿਮ ਨੂੰ ਇੱਕ ਬੜੀ ਸੋਹਣੀ ਗੱਲ ਕੀਤੀ, ਉਹ ਹੈ ਪੜ੍ਹ ਦੇਣਾ, ਦ ਬੁੱਕ ਆਫ ਜੈਨੇਸਿਸ 15:16, ਯਾਨੀ ਪੈਦਾਇਸ਼ ਉਤਪਤੀ ਜਾਂ ਉਤਪਤੀ 15:16 ਦੇ ਵਿੱਚ ਕਹਿ ਰਿਹਾ ਕਿ ਯਾਰ ਤੇਰੀ ਕੌਮ ਜਿਹੜੀ ਹੈ ਨਾ, ਉਹ 400 ਸਾਲ ਬਾਅਦ, ਯਾਨੀ 430 ਚੌਥੀ ਪੁਸ਼ਤ, ਹੈ ਨਾ, ਇੱਥੇ ਆ ਜਾਏਗੀ। ਕਿਉਂ? ਜੇ ਅਮੂਰੀਆਂ ਦੇ ਪਾਪ ਹਾਲਾ ਮੇਰੇ ਤੱਕ ਪੂਰੇ ਨਹੀਂ ਹੋਏ। ਇਹਦੇ ਤੇ ਥੋੜ੍ਹੀ ਜਿਹੀ ਰੋਸ਼ਨੀ ਤੁਸੀਂ ਪਲੀਜ਼ ਪਾਣਾ ਬਾਅਦ। ਹਾਂਜੀ ਹਾਂਜੀ। ਉਤਪਤ ਜੈਨੇਸਿਸ 15, ਪੈਦਾਇਸ਼ 15:16 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਅਸਲ ਵਿੱਚ ਭੇਤ ਇਹ ਨੇ ਕਿ ਪਾਪ ਹਾਲਾ ਸਵਰਗਾਂ ਤੱਕ ਜਦੋਂ ਪਹੁੰਚ ਗਏ ਤੇ ਉਹ ਕੀ ਕਹਿੰਦੇ ਨੇ, ਕਿਚਨ ਵਿੱਚ ਉਹ ਧੂਆਂ ਹੋ ਜਾਏ ਤੇ ਉਹ ਸ਼ੋਰ ਕਰਦਾ, ਸਮੋਕ ਡਿਟੈਕਟ ਕਰਦਾ ਨਾ, ਧੂਆਂ ਵਾਲਾ ਅਲਾਰਮ ਚੱਲ ਪੈਂਦਾ, ਧੂਆਂ ਉਹ ਅੱਛਾ ਬਾਅਦ ਸਮਝਾਉਣਾ ਸਾਨੂੰ ਜੀ। ਹਾਂਜੀ ਹਾਂਜੀ। ਆਪਣੇ ਲਿਖਿਆ ਜੀ ਜੈਨੇਸਿਸ ਉਤਪਤ ਪੈਦਾਇਸ਼ 15:16 ਦੇ ਵਿੱਚ, ਤੂੰ ਚੰਗੇ ਬਿਰਧਪੁਣੇ ਵਿੱਚ ਦਫਨਾਇਆ ਜਾਵੇਗਾ। ਇਹ ਪਰਮੇਸ਼ਰ ਇਬਰਾਹਿਮ ਨੂੰ ਕਹਿ ਰਿਹਾ, ਹਾਂਜੀ, ਤੂੰ ਚੰਗੇ ਬਿਰਧਪੁਣੇ ਵਿੱਚ ਦਫਨਾਇਆ ਜਾਵੇਗਾ ਅਤੇ ਚੌਥੀ ਪੀੜ੍ਹੀ ਵਿੱਚ ਉਹ ਇੱਧਰ ਫਿਰ ਮੁੜਨਗੇ, ਕਿਉਂ ਜੋ ਅਮੋਰੀਆ ਦੀਆਂ ਬੁਰਾਈਆਂ ਅਜੇ ਪੂਰੀ ਨਹੀਂ ਹੋਈਆਂ। ਹਾਂਜੀ।
ਅਮੋਰੀਆ ਜਿਹੜੇ ਲੋਕ ਜਿਹੜੇ ਉੱਥੇ ਰਹਿੰਦੇ ਸਨ, ਅਮੋਰੀ ਲੋਕ ਉਹਨਾਂ ਦੀਆਂ ਬੁਰਾਈਆਂ ਹਲੇ ਪੂਰੀਆਂ ਨਹੀਂ ਯਾਨੀ ਮੇਰੇ ਤੱਕ ਨਹੀਂ ਆਈਆਂ। ਹਾਂ, ਉਹ ਮੌਕਾ ਦੇਣ ਡਿਆ, ਮੌਕਾ ਦੇ ਰਿਹਾ ਇਹ ਵੀ ਨਾ, ਤੇ ਇੱਥੇ ਤੇ ਉਹ ਕਹਿ ਰਿਹਾ ਯਾਰ ਹਾਂ ਹਾਲੇ ਉਹਦਾ ਬੁਰਾਈ ਜਦੋਂ ਐਨ ਪਹੁੰਚ ਜਾਏਗੀ ਸਿਖਰ ਤੱਕ ਫਿਰ ਉਹ ਕਰੇਗਾ। ਹਾਂਜੀ ਹਾਂਜੀ ਠੀਕ ਹੈ। ਸੋ ਇੰਤਜ਼ਾਰ ਖੁਦਾ ਕਰ ਰਿਹਾ ਹੈ ਕਿ ਇਹ ਲੋਕ ਤੌਬਾ ਕਰ ਲੈਣ, ਕਿਉਂਕਿ ਜਿਵੇਂ ਤੁਸੀਂ ਬਿਆਨ ਕੀਤਾ ਹੈ ਨਾ, ਬਾਈਬਲ ਵਿੱਚ ਲਿਖਿਆ ਕਿ ਮਸੀਹ ਦਾ ਦਿਨ ਚੋਰ, ਠੀਕ ਹੈ, ਮਤੀ 24 ਦੀ 4 ਤੇ 3 ਆਇਤ ਲਿਖ ਲਓ, ਕਿਉਂਕਿ ਬਾਈਬਲ ਹੀ ਦੱਸ ਰਹੀ ਹੈ। ਸੋ ਫਿਰ ਉਹਦੇ ਬਾਅਦ ਸੰਤ ਲੂਕਾ ਜਾਂ ਮੁਕੱਦਸ ਲੂਕ 12 ਦੀ 39, ਔਰ ਉਹਦੇ ਬਾਅਦ 2 ਪੀਟਰ ਚੈਪਟਰ 3 ਵਰਸ 10, ਬਈ ਚੋਰ ਵਾਲੀ ਗੱਲ ਆ ਨਾ, ਰੈਵਲੇਸ਼ਨ 3 ਦੀ 3। ਮਤਲਬ ਇਹ ਨਹੀਂ ਜੇ ਹਾਲਾ ਇੱਕ ਤਾਂ ਇਨਸਾਨ ਦੀ ਜ਼ਿੰਦਗੀ ਦਾ ਪਤਾ ਕੋਈ ਨਹੀਂ, ਉਹ ਜੀ ਥੋੜਾ ਜਿਹਾ ਹੋਰ ਕੁਝ ਅਰਸਾ ਹੁਣ ਪਾਪ ਕਰ ਲਈਏ ਤੇ ਕੁਝ ਅਰਸੇ ਬਾਅਦ ਤੋਬਾ ਕਰਨਾ, ਕੀ ਪਤਾ ਹੈ ਅੱਜ ਹੀ ਹੋਵੇ। ਉਹ ਕੀ ਸੀ, ਇੱਕ ਬੰਦਾ ਸੀ, ਉਹਨੇ ਸਟੋਰ ਭਰ ਲਏ ਆਪਣੇ ਸਾਰੇ ਫੂਡ ਨਾਲ, ਅਨਾਜ ਨਾਲ, ਤੇ ਉਹ ਕਹਿਣ ਲੱਗਾ ਆਏ ਮੇਰੀ ਜਾਨ ਖਾ ਪੀ ਐਸ਼ ਕਰ। ਯਿਸੂ ਨੇ ਕਿਹਾ ਓਏ ਤੈਨੂੰ ਕੀ ਪਤਾ ਅੱਜ ਹੀ ਤੇਰੀ ਜਾਨ ਲੈ ਲਿੱਤੀ ਜਾਏ, ਹੈ ਨਾ। ਸੋ ਲਾਈਫ ਇਜ਼ ਰਿਸਕ। ਅਸੀਂ ਨਹੀਂ ਕਹਿ ਸਕਦੇ ਕਿ ਕੱਲ ਤੌਬਾ ਕਰਾਂਗੇ, ਹਾਲਾਤ ਬੜੇ ਦਿਨ ਪਏ ਹੈ। ਇਹਦੇ ਤੇ ਕੁਝ ਬਿਆਨ ਕਰੋ ਜੀ ਥੋੜਾ ਜਿਹਾ। ਹਾਲੇ ਇਹਦੇ ਤੇ ਜੀ ਆਪਣੇ ਓਕੇ ਜੀ, ਆਪਣਾ ਜਿਸ ਤਰ੍ਹਾਂ ਹੁਣ 2 ਨੌਕਰਾਂ ਦੀ ਯਿਸੂ ਐਗਜ਼ਾਮਪਲ ਦਿੰਦਾ ਹੈਗਾ, ਨੌਕਰ ਹੈ ਨਾ ਜੀ, ਉਹ ਆਪਣੇ ਗੋਸਪਲ ਦੇ ਵਿੱਚ, ਇੰਜੀਲਾਂ ਦੇ ਵਿੱਚ ਉਹਦੇ 'ਚ ਦੱਸਦਾ ਉਹਦਾ ਮਾਲਕ ਚਲਾ ਗਿਆ, ਕਹਿੰਦਾ ਮੈਂ ਵਾਪਸ ਆਊਂਗਾ। ਇੱਕ ਨੌਕਰ ਆ, ਉਹ ਆਪਣੀ ਮਿਸਾਲ ਜਗਦੀ ਰੱਖਦਾ ਆ ਔਰ ਤਿਆਰ ਆ, ਕੱਪੜੇ ਪਾਇਓ ਆ, ਹਾਂਜੀ, ਔਰ ਉਹ ਸਰਵਿਸ ਲਈ ਤਿਆਰ ਹੈਗਾ ਆ। ਔਰ ਜਦੋਂ ਮਾਸਟਰ ਉਹ ਦਰਵਾਜ਼ਾ ਖੋਲ੍ਹਦਾ, ਉਸੇ ਵੇਲੇ ਦਰਵਾਜ਼ਾ ਖੋਲ੍ਹਦਾ, ਉਹ ਰੈਡੀ ਆ, ਹਾਂਜੀ। ਇੱਕ ਨੌਕਰ ਹੈਗਾ ਆ, ਉਹ ਕਹਿੰਦਾ ਹਾਲੇ ਮੇਰੇ ਮਾਲਕ ਦੇ ਆਉਣ 'ਚ ਬਹੁਤ ਚਿਰ ਪਿਆ ਆ, ਹਾਂਜੀ, ਹਾਲੇ ਖਾਓ ਪੀਓ, ਵਾਹ ਵਾਹ, ਐਸ਼ ਕਰੋ। ਉਹ ਦੂਜਿਆਂ ਨੂੰ ਵੀ ਕੁੱਟ ਛੱਡਦਾ ਐਗਜ਼ਾਮਪਲ ਦੇ ਵਿੱਚ ਹੈਗਾ ਨਾ। ਤੇ ਜਦੋਂ ਉਹ ਮਾਲਕ ਉਹ ਆਇਆ, ਤੇ ਜਿਹੜਾ ਵਫਾਦਾਰ ਸੀਗਾ ਉਹਨੂੰ ਰੱਬ ਉਹਨੇ ਜਾਗਦਾ ਸੀਗਾ, ਵਫਾਦਾਰ ਇੰਤਜ਼ਾਰ ਕਰ ਰਿਹਾ ਸੀਗਾ, ਰੈਡੀ ਸੀਗਾ, ਮਸ਼ਾਲ ਰੈਡੀ ਸੀ, ਔਰ ਉਸ ਨੂੰ ਉਹਨੇ ਸ਼ਾਬਾਸ਼ੀ ਦਿੱਤੀ। ਕਹਿੰਦਾ ਉਹ ਮਾਲਕ ਕਹਿੰਦਾ ਤੂੰ ਬਹੁਤ ਮਿਹਨਤ, ਹੁਣ ਤੂੰ ਬੈਠ, ਮੈਂ ਤੈਨੂੰ ਖਿਲਾਉਣਾ, ਮੈਂ ਉਹਦੀ ਸੇਵਾ, ਹਾਂਜੀ, ਉਹ ਉਹਨੂੰ ਕਹਿੰਦਾ। ਤੇ ਜਿਹੜਾ ਆਪ ਹੀ ਖਾ ਪੀ ਰਿਹਾ ਸੀਗਾ ਨਾਲ, ਮਤਲਬ ਐਸ਼ ਕਰ ਰਿਹਾ ਸੀਗਾ, ਸ਼ਰਾਬੀ ਸਾਰਾ ਕੁਝ, ਹੈ ਨਾ, ਤੇ ਉਹ ਮਾਲਕ ਨੂੰ ਉਹ ਮਾਲਕ ਨੇ ਉਸ ਨੌਕਰ ਨੂੰ ਕੱਟ ਕੇ ਬਾਹਰ ਸੱਟ ਦਿੱਤਾ, ਜਿੱਥੇ ਅਵਿਸ਼ਵਾਸੀ, ਜਿੱਥੇ ਪਾਪੀਆਂ ਨੂੰ ਸਿੱਟਿਆ ਜਾਂਦਾ। ਹਾਂਜੀ, ਇਹ ਅਸੀਂ ਦੋਵਾਂ ਵਿੱਚੋਂ ਕਿਹੜੇ ਨੌਕਰ ਵਰਗੇ ਆ? ਸਵਾਲ ਬਿਲਕੁਲ, ਇਸ ਲਈ ਤਿਆਰ ਨਹੀਂ ਚੋਰ। ਔਰ ਉਹਨਾਂ ਦੋਨਾਂ ਦਾ ਦੋਨਾਂ ਨੌਕਰਾਂ ਦਾ ਮਾਲਕ ਇੱਕੋ ਹੀ ਸੀਗਾ, ਮਾਲਕ ਇੱਕੋ ਹੀ, ਹਾਂਜੀ। ਔਰ ਉਹਨਾਂ ਨੇ ਉਹਦੇ ਸਾਡੇ ਜਿਹੜੇ ਫਲ ਹਨ, ਜੋ ਸਾਡਾ ਕੀ ਕਰ ਰਹੇ ਹੈਗੇ ਆ, ਉਹਦੇ ਮੁਤਾਬਕ ਤੇ ਅਸੀਂ, ਹਾਂਜੀ। ਪ੍ਰਕਾਸ਼ ਦੀ ਪੋਥੀ 3 ਦੀ 3 ਪੜ੍ਹ ਦਿਓ, ਫਿਰ ਗਾਂ ਤੋੜ ਚੱਲਾਂਗੇ। ਠੀਕ ਹੈ, ਠੀਕ ਹੈ ਜੀ। ਹਾਂ, ਤੁਸੀਂ 3 ਦੀ 3 ਲਿਖਾਈਓ ਵੈਸੇ ਜੀ, ਹਾਂਜੀ, ਹਾਂ, ਠੀਕ ਹੈ। ਪ੍ਰਕਾਸ਼ ਦੀ ਪੋਥੀ 3 ਦੀ 3 ਵਿੱਚ ਇਸ ਤਰ੍ਹਾਂ ਲਿਖਿਆ ਜੀ, ਇਸ ਲਈ ਪ੍ਰਕਾਸ਼ ਦੀ ਪੋਥੀ ਮੁਕਾਸ਼ਾ ਬੁੱਕ ਆਫ ਰੈਵਲੇਸ਼ਨ 3 ਦੀ 3, ਇਸ ਲਈ ਚੇਤੇ ਕਰ ਕਿ ਤੂੰ ਕਿਸ ਵਿਧ ਪ੍ਰਾਪਤ ਕੀਤੀ ਤੇ ਸੁਣਿਆ, ਅਤੇ ਉਸ ਦੀ ਪਾਲਣਾ ਕਰ ਅਤੇ ਤੌਬਾ ਕਰ, ਹਾਂਜੀ। ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ ਅਤੇ ਤੈਨੂੰ ਮੋਲ ਪਤਾ ਨਾ ਹੋਵੇਗਾ, ਅਤੇ ਮੈਂ ਤੇਰੇ ਉੱਪਰ ਕਿਹੜੀਆਂ ਘੜੀ ਆ ਪਾਵਾਂਗਾ। ਉਹ ਹੀ ਜਿਸ ਤਰ੍ਹਾਂ ਤੁਸੀਂ ਬੜੀ ਅੱਛੀ ਐਗਜ਼ਾਮਪਲ ਦਿੱਤੀ ਹੈ ਕਲੀਸਿਆ ਨੂੰ, ਹਾਂਜੀ, ਹੈ ਨਾ, ਕਿ ਜਿਹੜਾ ਜਾਗ ਰਿਹਾ। ਦੇਖੋ ਨਾ, ਇਹ ਜਿਹੜੇ ਜਾਗ ਰਹੇ ਨੇ ਨਾ, ਉਹ ਹੁਣੇ ਤੋਂ ਕਹਿ ਰਹੇ ਨੇ, ਕੀ ਕਹਿ ਰਹੇ ਨੇ? ਪ੍ਰਭੂ ਯਿਸੂ ਮਸੀਹ ਆ। ਹਾਂ, ਉਹ ਜਿਹੜੇ ਤਿਆਰ ਹੈ ਉਹ, ਹਾਂ, ਬੜੇ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਨੇ ਜਿਹੜੇ ਤਿਆਰ ਨੇ। ਤੇ ਇਹਦਾ ਇਹ ਕਾਹਦੇ ਲਈ? ਕਿ ਪ੍ਰਭੂ ਯਿਸੂ ਨੇ ਕਿਸੇ ਵੇਲੇ ਬੱਦਲਾਂ 'ਤੇ ਆ ਜਾਣਾ ਹੈ। ਪਹਿਲਾ ਤਸਲਨੀਕੀਆਂ 4 ਦੀ 13 ਤੋਂ 18, ਤੇ ਉਹਦੇ ਬਾਅਦ ਫਿਲਿੱਪੀਆਂ 3 ਦੀ 20 ਤੇ 21 ਆਇਤ ਦੇਖ ਲਓ।
ਫਿਲੀਪੀਆਂ 3 ਦੀ 20 ਤੇ 21, 20 ਤੇ 21 ਤੇ ਤੀਤਸ ਜਾਂ ਟਾਈਟਸ 2 ਦੀ 11 ਤੇ 14। ਠੀਕ ਹੈ, ਇਹ ਬੇਤਾਬੀ ਨਾਲ ਇੰਤਜ਼ਾਰ ਕਰਨ ਦੀ ਹੈ। ਸੋ ਉਹਦੇ ਜਿਹੜੇ ਸੰਤ ਨੇ ਜਿਹੜੇ ਪੂਰੇ ਤੌਰ ਤੇ ਉਹਦਾ ਇੰਤਜ਼ਾਰ ਕਰ ਰਹੇ ਨੇ, ਹੈ ਜੀ, ਵਚਨ ਨੇ ਦੱਸਿਆ ਉਹਨੂੰ ਕਹਿੰਦੇ ਨੇ ਆ, ਉਹ ਕਹਿੰਦੇ ਨੇ ਆ। ਹਾਂ, ਕਿਉਂਕਿ ਲਿਖਿਆ ਆਪਾਂ ਪੜਿਆ ਆਪਾਂ, ਹੇ ਯਿਸੂ ਲਿਖਿਆ, ਹੇ ਯਿਸੂ ਆਓ, ਮੈਂ ਛੇਤੀ ਆਉਂਦਾ ਹੈ, ਆਮੀਨ। ਫਿਰ ਅੱਗੇ ਕਹਿੰਦਾ ਹੇ ਯਿਸੂ ਛੇਤੀ ਆ। ਪਹਿਲਾ ਬਿਆਨ ਯਿਸੂ ਦਾ, ਬਾਕੀ ਕਲੀਸਿਆ ਵੀ ਕਹਿ ਰਹੀ ਹੈ ਛੇਤੀ ਯਿਸੂ ਛੇਤੀ। ਇਹ 2 ਤਿਮੋਥੀ 4 ਦੀ 8 ਤੇ ਅਬਰਾਨੀਆਂ 9 ਦੀ 28। ਠੀਕ ਹੈ, ਇਹ 2 ਵਰਸਿਸ ਜਿਹੜੀਆਂ ਨੇ ਨਾ 2 ਤਿਮੋਥੀ 4 ਦੀ 8 ਦੇ। ਦੂਸਰੀ ਤੇ ਤੁਹਾਨੂੰ ਅਬਰਾਨੀਆਂ 9 ਦੀ 28 ਕਿ ਪਹਿਲੀ ਵਾਰੀ ਪ੍ਰਭੂ ਯਿਸੂ ਆਏ ਉਹਨਾਂ ਨੂੰ ਜਿਹੜੇ ਪਾਪਾਂ ਚੋਂ ਕੱਢਣ, ਮੁਕਤੀ ਦੇਣ ਲਈ। ਲੇਕਿਨ ਹੁਣ ਜਦੋਂ ਆਏਗਾ ਬਦਲਾਂ ਤੇ ਉਹਨਾਂ ਨੂੰ ਖੜੇਗਾ ਜਿਹੜਾ ਉਹਦਾ ਇੰਤਜ਼ਾਰ ਕਰ ਰਿਹਾ, ਰੈਡੀ ਚਰਚ ਦਾ ਉਹ ਹਿੱਸਾ। ਮਾਲਕ ਇੱਕ ਉਹ ਦੋਏ ਬਲੀਵਰਸ ਕਹਿ ਲਓ, ਹੈ ਇੱਕ ਜਿਹੜਾ ਉਹ ਤਿਆਰੀ ਕਰ ਰਿਹਾ, ਦੂਜਾ ਰਹਿ ਜਾਏਗਾ। ਠੀਕ ਹੈ, ਬਿਲਕੁਲ। ਉਹ 10 ਕੁਮਾਰੀਆਂ ਦੀ ਮਿਸਾਲ, ਬਿਲਕੁਲ 5 ਤਿਆਰ ਸੀਗੀਆਂ ਜਿੰਨੇ ਤੇ ਕੁਪੀਆਂ ਤੇਲ, ਮੀਨਸ ਕੇ ਅਨਾਇੰਟਿੰਗ ਏਜ ਉਹਨੇ ਚਾਰਜ ਨੇ, ਦੁਨੀਆ ਦਾ ਤੇਲ ਹੀ ਮੁੱਕ ਗਿਆ। ਜਿਸ ਨਹੀਂ ਕਹਿੰਦੇ ਉਹਦਾ ਤੇਲ ਹੀ ਮੁੱਕ ਗਿਆ, ਹੈ ਨਾ। ਗੱਡੀ ਜਿੱਦਾਂ ਤੇਲ ਮੁੱਕ ਜਾਏ ਖੁੱਲ੍ਹ ਜਾਂਦਾ, ਮਤਲਬ ਉਹ ਉਹਨਾਂ ਦੀ ਮਸ਼ਲਾਂ ਦੇ ਵਿੱਚ ਮਿਸਾਲ ਚੱਲ ਰਹੀ ਹੈ। ਉਹ ਰੋਸ਼ਨੀ ਨੂੰ ਦਰਸਾਉਂਦੀ ਹੈਗੀ ਆ, ਉਹ ਰੋਸ਼ਨੀ 'ਚ ਚੱਲ ਰਹੇ ਹੈਗੇ ਆ। ਜਿਹਨਾਂ ਦੀ ਰੋਸ਼ਨੀ ਬੁਝ ਗਈ, ਉਹ ਠੇਡੇ ਖਾ ਕੇ ਡਿੱਗਦੇ ਨੇ। ਹਾਂ, ਜਿਹੜੇ ਜਿਹਨਾਂ ਦੀ ਰੋਸ਼ਨੀ ਜਿਹਨਾਂ ਕੋਈ ਹੈ ਨਹੀਂ, ਅੰਧੇਰੇ 'ਚ ਚੱਲ ਰਿਹਾ ਹੈ। ਵਾਹ ਵਾਹ। ਤੇ ਉਹਨਾਂ ਕੋਲ ਤੇਲ ਹੈਗਾ ਆ, ਪਵਿੱਤਰ ਆਤਮਾ ਦੇ ਨਾਲ ਚੱਲ ਰਹੇ ਆ। ਹਾਂ, ਉਹਦੀ ਗਾਈਡੈਂਸ 'ਚ ਚੱਲ ਰਹੇ ਆ। ਤੇ ਇਹਦੇ ਲਈ ਸਾਨੂੰ ਅੱਜ ਕੀ ਕਰਨਾ ਚਾਹੀਦਾ ਹੈ? ਹਰ ਵੇਲੇ ਜਾਗਣਾ ਹੈ, ਯਿਸੂ ਜੀ ਆ, ਸਾਡੇ ਆ, ਕਿਉਂਕਿ ਉਹ ਤਿਆਰੀ ਅਸੀਂ ਕਰ ਰਹੇ। ਆ ਜਾ, ਹੈ। ਬਿਲਕੁਲ। ਆਪਾਂ ਪੜ੍ਹਦੇ ਹਾਂ ਜੀ 2 ਤਿਮੋਥੀਅਸ 4 ਦੀ 8 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ, ਜਿਹੜਾ ਪ੍ਰਭੂ ਦੇ ਜੋ ਧਰਮੀ ਨਿਆਂਈ ਹੈ ਉਸ ਦਿਨ ਮੈਨੂੰ ਦੇਵੇਗਾ, ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਸਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ। ਉਸਦੇ ਪ੍ਰਕਾਸ਼ ਹੋਣ ਨੂੰ, ਹਾਂ, ਉਸਦੀ ਰੋਸ਼ਨੀ ਦੇ ਵਿੱਚ ਚੱਲੇ ਉਸ ਨੂੰ ਚੰਗਾ। ਬਿਲਕੁਲ। ਦੇਖੋ, ਇਹ ਬੁੱਕ ਆਫ ਜੈਨੇਸਿਸ ਉਤਪਤ 3 ਦੀ 10 ਦੇ ਵਿੱਚ, ਹੈ ਨਾ, 3 ਦੀ 8 ਤੋਂ 10 ਦੇ ਵਿੱਚ ਇਹ ਆਦਮ ਤੇ ਹਵਾ, ਉਹ ਪਰਮੇਸ਼ਵਰ ਆਇਆ ਮਿਲਣ ਲਈ, ਛੁਪ ਗਏ। ਕਿਉਂ? ਉਹਨਾਂ 'ਚ ਪਾਪ ਸੀ। ਤੇ ਇਹ ਜਿਹੜੇ ਹੁਣ ਧਰਮੀ ਲੋਕ ਨੇ, ਜਿਹੜੇ ਤਿਆਰ ਨੇ, ਉਹ ਆਇਆ ਤੇ ਉਹ ਛੁਪ ਗਏ। ਇੱਧਰ ਧਰਮੀ ਬੰਦੇ ਜਿਹੜੇ ਨੇ ਉਹ ਨਾਰਾ ਲਾਉਂਦੇ ਨੇ, ਯਿਸੂ ਜੀ ਆ ਜਾ, ਅਸੀਂ ਤੈਨੂੰ ਅੱਗੇ ਹੋ ਗਏ, ਆ ਜਾ। ਤਿਆਰੀ ਦੀ, ਜਦੋਂ ਆ ਜਾ, ਇਹ ਤਿਆਰੀ ਦੀ ਨਿਸ਼ਾਨੀ ਹੈ, ਆਪਣੀ ਇਹ ਤਿਆਰੀ ਦੀ ਨਿਸ਼ਾਨੀ ਹੈ। ਕਹਿੰਦਾ ਤਿਆਰ। ਕਿਉਂ ਜੇ ਮੁਕੱਦਸੀਨ ਜਿਹੜੇ ਨੇ ਨਾ, ਉਹ ਜਿਹੜੇ ਸੰਤ ਨੇ, ਬਲੀਵਰਸ ਜਿਹੜੇ ਨੇ, ਉਹਨਾਂ ਨੂੰ ਛੁਪਣ ਦੀ ਲੋੜ ਨਹੀਂ। ਕਿਉਂ ਜੇ ਦ ਬੁੱਕ ਆਫ ਜੈਨੇਸਿਸ ਉਤਪਤ ਤੇ ਪ੍ਰਕਾਸ਼ ਦੀ ਪੋਥੀ ਦੇ ਦਰਮਿਆਨ ਰਿਡੈਂਪਸ਼ਨ ਦਾ ਕੰਮ ਹੋ ਗਿਆ, ਯਾਨੀ ਮਖਲਸੀ ਦਾ ਕੰਮ ਹੋ ਗਿਆ। ਹੁਣ ਉਹਨਾਂ ਨੂੰ ਛੁਪਣ ਦੀ ਲੋੜ ਨਹੀਂ। ਲੇਕਿਨ ਫਿਰ ਵੀ ਯਿਸੂ ਦੇ ਖੂਨ ਖਰੀਦੇ ਢਿੱਲੇ ਨੇ, ਉਹ ਛੁਪਦੇ ਫਿਰ ਰਹੇ ਨੇ। ਤੇ ਜਿਹੜੇ ਨਹੀਂ ਛੁਪਦੇ ਫਿਰ ਰਹੇ, ਉਹ ਤਾਂ ਕਹਿ ਰਹੇ ਨੇ, ਯਿਸੂ ਜੀ ਆ ਜਾਓ, ਆ ਜਾਓ, ਮੈਂ ਇੰਤਜ਼ਾਰ ਕਰ ਰਹੀ ਹਾਂ। ਠੀਕ ਹੈ। ਸੋ ਇਹਦੇ ਵਿੱਚ ਕੋਈ ਸਵਾਲ ਨਹੀਂ ਜੀ, ਬਸ ਇਹ ਬਹੁਤ ਵਧੀਆ ਐਕਸਪਲੇਨ ਤੁਸੀਂ ਕੀਤਾ। ਔਰ ਆਪਣੀ ਤਿਆਰੀ ਹੋਣੀ ਚਾਹੀਦੀ ਹੈ, ਔਰ ਉਸ ਦਾ ਇੰਤਜ਼ਾਰ ਕਰੀਏ ਔਰ ਕਹੀਏ ਆਓ ਯਿਸੂ। ਹਾਂਜੀ, ਯਹੋਨਾ ਕਹਿ ਰਿਹਾ ਆਪਣੇ ਆਓ। ਹਾਂਜੀ, ਹਾਂ ਬਾਈ ਜੀ, ਜਿੱਥੇ ਕਿਸੇ ਦਾ ਮਾਲ ਹੈ ਨਾ, ਉੱਥੇ ਹੀ ਉਹਦਾ ਦਿਲ ਲੱਗਿਆ ਹੁੰਦਾ ਹੈ। ਜੇ ਅਸੀਂ ਆਪਣਾ ਆਪ ਯਿਸੂ ਨੂੰ ਦੇ ਦਿੱਤਾ, ਸਾਡਾ ਤੇ ਸਾਰਾ ਕੁਛ ਹੋਈ ਹੈ। ਫਿਰ ਉੱਥੇ ਹੀ ਦਿਲ ਲੱਗਿਆ, ਫਿਰ ਉੱਥੇ ਹੀ ਉਹਨੂੰ ਕਿ ਆ ਜਾ। ਬਿਲਕੁਲ। ਉੱਥੇ ਛੁਪਣ ਡੇ ਆ ਉਤਪਤੀ ਆ, ਉਤਪੋਤੇ ਪਾਪ ਦੀ ਵਜ੍ਹਾ ਨਾਲ। ਇੱਥੇ ਹੁਣ ਕਹਿ ਰਹੇ ਨੇ ਆ ਜਾ। ਕਿੰਨਾ ਫਰਕ। ਹਾਲੇਲੂਇਆ। ਤੇ ਇਹ ਇੱਕ
साढ़े गुनाह टपे गए, धो दिते गए, यू नो। सो फिर 21 आयत पढ़ दो, आखिरी आयत प्रकाश की पोथी। लो जी, प्रकाश की पोथी मुकाशवा बुक ऑफ रेवलेशन दी आखिरी आयत पढ़न लगे हैं जी। हाँ जी, परमेश्वर का शुक्र करते हैं। हाँ जी, आप इत्थे तक पहुँचे एक एक आयत करके 22 दी 12वें चैप्टर 12वीं प्रकाश की पोथी 22वें दी आखिरी आयत 21 आयत पढ़न लगे हैं जी। परमेश्वर आपका शुक्र करते हैं। प्रभु यीशु की किरपा संतां दे उत्ते होवे, आमीन। सो प्रभु यीशु की किरपा संतां दे उपर होवे। कि मुकाशवा द बुक ऑफ रेवलेशन प्रकाश की पोथी दा एंड दे विच ये परमेश्वर की किरपा संतां उत्ते रहे। पालूस रसूल ने भी अपने जदों कई लैटर्स लिखे ने ना, ये जुमले इस्तेमाल किए ने, ठीक है। उन्हें भी दुआ दी अखीर पहला करंथियां उहदी 16 दी 23 ते दूसरा करंथियां 13 दी 14। सो फर्स्ट थेसलोनियन या पहला थसलनीकियां उहदी 5 दी 28, सैकंड थेसलोनियन 3 दी 18 दे विच। ये पॉल ने भी अखीर विच उन्हां नूं बरकत दी है। हाँ एक हाँ हाँ जी जी हाँ जी, आप पढ़ते जी। पहला ये देख लीए जी, माड़ा जिहा सुनने वाले जी। ये प्रभु यीशु की किरपा संतां उत्ते होवे। संत किहनूं कहा गया जी? संत जिहड़े ने एक ते पुराने नेम दे ने, एक नवे नेम दे ने। यानी वो जिन्हां ने पुराने नेम दे संत होने जिन्हां ने विश्वास नाल, क्योंकि प्रभु यीशु मसीह दा प्रकाश उन्हां कोल हैगा सी, ठीक है। यानी प्रभु यीशु मसीह भी आते रहे तो उन्होंने ये सी एक मसाया ने आना, तो बाई फेथ उन्होंने मुक्ति प्राप्त की। और नए नेम दे विच जिस तरह असी पुराना नए नेम दे विच फिर एक रिडेम्पशन का काम होया, मखलसी का काम होया। और वो लोग जिन्हों ने जिहड़े फिर ये ईमान लियाते ने असी पापी, यानी पहला करंथियां 15 दी पहली 4 आयतां दे विच गुड न्यूज़ उत्ते विश्वास लियाते ने, ठीक है। रोमन्स 10 9 ते 10 आयत दे विच कि असी पापी, साडे पापां दी खातर यीशु इस संसार च आया, उन्हें शब्द ने दे धारिया। साडे उत्ते पिता परमेश्वर की किरपा हुई कि उन्हें अपने पुत्र नूं घल्लिया ते असी पश्चाताप कीता, असी उन्होंने अपना मुक्तिदाता ग्रहण किया। और फिर जदों असी ये करने उहदी उस बली उत्ते ईमान लियाने यह बोल के, ते फिर पवित्र आत्मा साढ़े अंदर आ जाता है, तो असी फिर उन्हें शामिल हो जाने, धर्मी कहलाने, की कहते न्यू बॉर्न, नवा जीवन प्राप्त करने, एक नई मखलूक बन जाने। सो ये एक उन्होंने किया जा रहा है। हाँ ठीक है जी, एक यही तरीका है। हाँ जी, तो असी जितों असी आए हैं है ना, उधर उन्होंने धर्मां दे विच बहुत लोगों ने अपने होर धर्म वाले ने अपने उरे संत लिखा होंदा है जी, संत फलाना फलाना संत फलाना। तो संत वो हैं जिन्हों के पाप माफ़ हो गए। हाँ, और पाप माफ़ होने का कोई तरीका है, वो ही कर सकता है। धरती के उपर स्वर्ग थले होर कोई नाम दिता ही नहीं गया। चेलियां दे करतब 4 दी 12। हाँ, यीशु मसीह वो उन्हें ही पाप चुके, अपने कमां नाल पाप नहीं माफ़ होंदे, नहीं कर सकते। धोवे जिन्ना मर्जी धोई जाओ, नहीं धो होगे। कमां चंगे कमां नाल नहीं धो होगे। चंगे कमां दे नाल मिठा बोल के संत नहीं बन सकता इंसान। कपड़े पा के संतां वाले संत नहीं बन सकता इंसान। सिर्फ तो सिर्फ जो पाप माफ़ होंदे आ यीशु मसीह दे तरी, होर कोई तरीका नहीं हैगा। खून की माफ़ी के नाल यीशु मसीह ने जो खून होया वो पवित्र जिहड़े लोग थे उन्हां दे वास्ते किया गया है, वो संत हैं। पहला करंथियां 8 दी जिहड़ी 16 आयत रखण, पहला करंथियां कढ़ियो जरा है जी 8 दी, ये भी एक नखेड़ा कर ली है ना। हाँ जी, 5वीं ते 6वीं आयत देखो। पहला करंथियां 8 दी 5वीं 6वीं जी ओके जी।
ਇਹ ਕਲੀਅਰ ਹੋ ਗਿਆ ਕਿ ਕਿਹੜਾ ਪਰਮੇਸ਼ਵਰ, ਕਿਹੜਾ ਪ੍ਰਭੂ। ਅਸੀਂ ਤੇ ਕਹਿੰਦੇ ਹਾਂ ਇੱਥੇ ਬੜਾ ਕਲੀਅਰ ਹੈ। ਤੇ ਜੇ ਪਰਮੇਸ਼ਵਰ ਇਹ ਹੀ ਹੈ ਤੇ ਪ੍ਰਭੂ ਇਹ ਹੀ ਹੈ, ਫਿਰ ਤੇ ਗੱਲ ਸਾਡੀ ਆਈਡੀ ਜਾਂ ਕੀ ਗੱਲ ਉਹ ਸਾਡੀ ਐਡਰੈਸ। ਹਾਂ, ਤੇ ਪਹਿਲਾ ਕਰੰਥੀਆਂ 8 ਦੀ 5 ਤੇ 6 ਵਿੱਚ ਇਹ ਲਿਖਿਆ ਹੈ, ਭਾਵੇਂ ਕਿੰਨੇ ਹੀ ਹਨ ਕਿ ਆਕਾਸ਼ ਵਿੱਚ ਕੀ ਧਰਤੀ ਉੱਤੇ ਜਿਹੜੇ ਦੇਵਤੇ ਕਰਕੇ ਸਦਾਉਂਦੇ ਹਨ, ਸਗੋਂ ਬਾਹਲੇ ਦੇਵਤੇ ਤੇ ਬਾਹਲੇ ਸੁਆਮੀ ਹਨ। ਬਹੁਤ ਹਨ ਕਹਿੰਦਾ, ਪਰ ਸਾਡੇ ਭਾਵੇਂ ਇੱਕੋ ਪਰਮੇਸ਼ਰ ਹੈ ਜੋ ਪਿਤਾ ਹੈ, ਜਿਸ ਤੋਂ ਸਭ ਕੁਝ ਹੋਇਆ ਹੈ ਅਤੇ ਅਸੀਂ ਉਸ ਦੇ ਲਈ ਹਾਂ, ਅਤੇ ਇੱਕੋ ਪ੍ਰਭੂ ਹੈ ਜੋ ਯਿਸੂ ਮਸੀਹ ਹੈ, ਜਿਸ ਦੇ ਰਾਹੀਂ ਸਭ ਕੁਝ ਹੋਇਆ, ਨਾਲੇ ਅਸੀਂ ਵੀ। ਠੀਕ ਹੈ। ਹਾਂਜੀ ਹਾਂਜੀ, ਆਪਣੇ ਵਿੱਚ ਆਪਣੇ ਪੁਰਾਣੇ ਵਿੱਚ ਵੀ ਲਿਖਿਆ ਹੈਗਾ ਜੀ, ਬਹੁਤ ਰੱਬ ਹਨ ਪਰ ਮੈਂ ਹੀ ਸੱਚਾ ਰੱਬ ਹਾਂ, ਮੇਰੇ ਤੋਂ ਬਿਨਾਂ ਹੋਰ ਕੋਈ ਰੱਬ ਨਹੀਂ ਹੈਗਾ। ਹਾਂਜੀ, ਬੜੀ ਜਗ੍ਹਾ ਕਲੀਅਰ, ਬਹੁਤ ਜਗ੍ਹਾ ਲਿਖਿਆ ਹੈਗਾ ਜੀ। ਤੇ ਉਸ ਰੱਬ ਦੇ ਨਾਲ, ਸੌਰੀ ਥੋੜਾ ਜਿਹਾ ਮੈਂ ਸ਼ਾਇਦ ਨਹੀਂ, ਬਿਲਕੁਲ ਠੀਕ ਹੈ। ਇੱਕ ਆਇਤ ਹੋਰ ਪੜ੍ਹ ਦਿਓ। ਹਾਂਜੀ, ਪਹਿਲਾ ਤਿਮੋਥੀ 2 ਦੀ 3 ਤੋਂ 5, ਕਿਉਂਕਿ ਇਹ ਜ਼ਰੂਰੀ ਹੈ। ਹਾਂਜੀ, ਤੁਸੀਂ ਸਵਾਲ ਜਿਹੜਾ ਹੈ ਨਾ ਬਹੁਤ ਹੀ ਅੱਛਾ ਹੈ। ਲੋਕ ਕਹਿੰਦੇ ਨੇ ਪਰਮੇਸ਼ਵਰ ਕੋਲੋਂ ਅਸੀਂ ਮੰਗ ਲਈ ਮਾਫੀ, ਇਹ ਕਿਹੜਾ ਪਰਮੇਸ਼ਵਰ? ਹਾਂ, ਬਿਲਕੁਲ ਜੀ, ਬਿਲਕੁਲ। ਇਬਰਾਹਿਮ, ਇਜ਼ਾਕ, ਯਾਕੂਬ ਦੇ ਪਰਮੇਸ਼ਵਰ ਦੀ ਗੱਲ ਕਰ ਰਹੇ ਹੋ ਜਾਂ ਮਸੀਹ ਯਿਸੂ ਸਾਡੇ ਸਵਰਗੀ ਪਿਤਾ ਦੀ ਗੱਲ ਕਰ ਰਹੇ ਹਾਂ? ਸੋ ਇਹ ਕਲੀਅਰ ਹੋਣਾ ਚਾਹੀਦਾ, ਜਿਸ ਤਰ੍ਹਾਂ ਬਹੁਤ ਸਾਰੇ ਨੇ ਕਿਹਨੂੰ ਪੁਕਾਰਦੇ। ਹਾਂ, ਬਿਲਕੁਲ ਕਲੀਅਰ। ਪਹਿਲਾ ਤਿਮੋਥੀ 2 ਦੀ 3 ਤੇ 5 ਵਿੱਚ ਇਸ ਤਰ੍ਹਾਂ ਕਿਹਾ ਜੀ, ਇਹਦੇ ਨਾਲ ਬੰਦਾ ਕੀ ਸੰਤ ਜਾਂ ਜਿਹੜੀ ਅਸੀਂ ਗੱਲ ਕਰ ਰਹੇ ਸਾਂ ਸੰਤਾਂ ਦੀ, ਉਹਦਾ ਇਹ ਤਰੀਕਾ ਹੈ। ਹਾਂਜੀ, ਸੰਤ ਕਿਸ ਤਰ੍ਹਾਂ ਹੁੰਦੇ, ਕੌਣ ਹੁੰਦੇ ਸੰਤ, ਕਿਸ ਤਰ੍ਹਾਂ ਸੰਤ ਬਣਦਾ, ਕੱਪੜੇ ਪਾ ਕੇ ਜੀ ਨਹੀਂ, ਭਗਵੇਂ ਕੱਪੜੇ, ਕਿਹਦੇ ਤੇ ਵਿਸ਼ਵਾਸ ਲਿਆਈਏ ਤੇ। ਹਾਂ, ਉਹ ਲਿਖਿਆ ਹੈ ਪਹਿਲਾ ਤਿਮੋਥੀ 2 ਦੀ 3 ਤੇ 5 ਜੀ, ਸਾਡੇ ਮੁਕਤੀ ਦਾਤੇ ਪਰਮੇਸ਼ਰ ਦੇ ਹਜ਼ੂਰ ਇੱਕੋ ਭਲਾ ਤੇ ਪ੍ਰਵਾਨ ਹੈ। ਮੁਕਤੀ ਦਾਤਾ ਪਰਮੇਸ਼ਰ। ਹਾਂਜੀ ਹਾਂਜੀ, ਸਾਡੇ ਮੁਕਤੀ ਦਾਤੇ ਪਰਮੇਸ਼ਰ ਦੇ ਹਜ਼ੂਰ ਇੱਕੋ ਭਲਾ ਅਤੇ ਪ੍ਰਵਾਨ ਹੈ, ਜੋ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਇਹ ਸੱਤ ਤੇ ਗਿਆਨ ਤੱਕ ਪਹੁੰਚਣ। ਹਾਂਜੀ, ਕਿਉਂ ਜੋ ਪਰਮੇਸ਼ਰ ਇੱਕੋ ਹੈ ਅਤੇ ਪਰਮੇਸ਼ਰ ਅਤੇ ਮਨੁੱਖਾਂ ਦੇ ਵਿੱਚ ਇੱਕੋ ਵਿਚੋਲਾ ਹੈ, ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ, ਅਰਥਾਤ ਯਿਸੂ ਮਸੀਹ। ਇੱਕੋ ਵਿਚੋਲਾ ਹੈ ਯਿਸੂ ਮਸੀਹ। ਉਹ ਇਸੇ ਕਰਕੇ ਆਉਣ ਦਾ ਮਕਸਦ ਇਹਦਾ ਹੈ। ਉਹ ਕਹਿੰਦਾ ਦੇਖੋ ਨਾ, ਸਵਰਗ ਵਿੱਚ ਤੇ ਪਰਮੇਸ਼ਵਰ ਹੈ। ਉਹ ਕਹਿੰਦਾ ਪ੍ਰਭੂ ਯਿਸੂ ਮੈਂ ਸਵਰਗਾਂ ਤੋਂ ਆਇਆ ਤੇ ਸਵਰਗ ਦਾ ਰਾਹ ਤੇ ਉਹੀ ਦੱਸ। ਉਹ ਕੀ ਕਹਿੰਦੇ, ਰਾਹ ਹੱਕ ਤੇ ਸੱਚ ਮੈਂ ਹਾਂ, ਮੇਰੇ ਵਸੀਲੇ ਤੋਂ ਬਗੈਰ ਕੋਈ ਨਹੀਂ ਜਾ ਸਕਦਾ। ਬਿਲਕੁਲ। ਤੇ ਇਹ ਵਰਸ ਜਿਹੜੀ ਅਸੀਂ ਅਖੀਰਲੀ ਪੜ੍ਹ ਰਹੇ ਸਾਂ, ਇਹਦੇ ਵਿੱਚ ਲਿਖਿਆ ਹੈ ਕਿ ਕਿਰਪਾ ਉਹਨਾਂ ਤੇ ਰਵੇ। ਬਿਲਕੁਲ ਜੀ, ਠੀਕ ਹੈ। ਔਰ ਖੁਦਾ ਚਾਹੁੰਦਾ ਹੈ ਸਾਰੇ ਇਸੇ ਖਾਤੇ ਜਾਣ। ਹੁਣ ਦੇਖੋ, ਪੁਰਾਣੇ ਨੇਮ ਦੀ ਆਖਰੀ ਬੁੱਕ ਜਿਹੜੀ ਹੈ ਨੇ, ਉਹ ਮਲਾਕੀ 4 ਦੀ 6 ਜਿਹੜੀ ਹੈ, ਉਹਦੇ ਸਰਾਪ ਦਾ ਜ਼ਿਕਰ ਹੈ। ਮਲਾਕੀ 4 ਦੀ 6, ਹਾਂ, ਆਖਰੀ ਹੈ ਨਾ। ਹਾਂ, ਪੁਰਾਣੇ ਨੇਮ 'ਚ, ਪੁਰਾਣੇ ਨੇਮ ਦੀ ਆਖਰੀ ਬੁੱਕ 4 ਚੌਥੇ ਦੀ 6 ਐਂਡ ਹੀ ਕਿਹਦੇ ਤੋਂ ਹੋ ਰਿਹਾ? ਸਰਾਪ ਤੋਂ। ਤੇ ਨਏ ਨੇਮ ਦੀ ਆਖਰੀ ਜਿਹੜੀ ਬੁੱਕ ਹੈ, ਉਹਦੇ ਵਿੱਚ ਆਈ ਹੈ ਕਿ ਦਇਆ ਤੇ ਕਿਰਪਾ ਦੀ ਗੱਲ ਹੋ ਰਹੀ ਹੈ। ਕੀ ਬਾਤ ਹੈ। ਹਾਲੇਲੂਇਆ। ਸੋ ਇਹਦੇ ਵਿੱਚ ਕੋਈ ਸਵਾਲ ਹੋਵੇ? ਨਹੀਂ ਜੀ, ਕੋਈ ਸਵਾਲ ਨਹੀਂ। ਬਹੁਤ ਵਧੀਆ। ਲਓ ਜੀ, ਇਹ ਤੁਸੀਂ ਦੁਆਰਾ ਫਿਨਿਸ਼ ਕਰੋ ਯਾਰ। ਹਾਲੇਲੂਇਆ। ਮਸੀਹ ਯਿਸੂ ਸਾਡੇ ਸਵਰਗੀ ਪਿਤਾ, ਅਸੀਂ ਤੁਹਾਡਾ ਸ਼ੁਕਰ, ਤੁਹਾਡਾ ਧੰਨਵਾਦ ਕਰਨੇ ਹਾਂ। ਔਰ ਸਾਰੀ ਮਹਿਮਾ, ਜਲਾਲ, ਇੱਜ਼ਤ, ਬਜ਼ੁਰਗੀ ਖੁਦਾ ਬਾਪ, ਖੁਦਾ ਬੇਟੇ ਪਾਕ ਨੂੰ ਤੁਹਾਨੂੰ ਦਿੰਦੇ ਹਾਂ। ਅਸੀਂ ਸ਼ੁਕਰ ਕਰਨੇ ਹਾਂ ਕਿ ਤੁਸੀਂ ਇਹ ਸਾਨੂੰ ਬੜਾ ਕਿਰਪਾ ਕੀਤੀ। ਤੁਹਾਡੇ ਖਾਦਮ ਜਸਵਿੰਦਰ ਵਿਰਕ ਨੂੰ, ਆਪਣੀ ਭੈਣ ਔਰ ਇਹਨਾਂ ਦੇ ਪੂਰੇ ਪਰਿਵਾਰ ਨੂੰ, ਜਿਨ੍ਹਾਂ ਨੇ ਤਕਰੀਬਨ 7 ਸਾਲ ਪਹਿਲੇ ਇਹਨਾਂ ਦੇ ਅੰਦਰ ਤੁਸੀਂ ਪਾਇਆ ਕਿ ਅਸੀਂ ਪ੍ਰਕਾਸ਼ ਦੀ ਪੋਥੀ ਵਰਸ ਬਾਈ ਵਰਸ, ਚੈਪਟਰ ਬਾਈ ਚੈਪਟਰ ਅਸੀਂ ਇਹਨੂੰ
शुरू करिए और अज तुहाडा शुक्र करने पिता जी प्रभु यसु पवित्र आत्मा साढ़े सारिਆਂ 'ਚ कुछ नहीं है तुहाडी किरपा होई कि तुसी वर्ष बाई वर्ष दे विच पवित्र आत्मा साड़ी सारिਆਂ ਦੀ रहनुमाई की और कोई कंट्रावर्सी नहीं आण दी और अज जिहड़ा हैगा तुसी इनू कंप्लीट कराया शुक्र करने तुहाडी बेटी पाली ली जिन्ने एक खिदमत नूं 7 सालां 'च वफादारी दे नाल तुहाडे दास तुहाडे सूरमा तुहाडे सेवक जसविंदर ते मुझ छोटे जे खादम उत्ते ते भाई तरसेम ते पूरे उन्हां सारिਆਂ ਨੂੰ ਤੁਸੀਂ ਇਹਦੇ ਵਿੱਚ इस्तेमाल कीता उन्हां सारिਆਂ ਦਾ ਅਸੀਂ शुक्र अदा करने ओ ना बड़े ही ने प्रभु तुसी जानदे हो और ये अजर ये रिवार्ड तुसी ही दे सकदे हो हुण इस टीचिंग नूं जिहड़ी तुहाडे वल्लों दित्ती गई है ਉਹ ਯਿਸੂ ਦੇ ਲਹੂ 'ਚ ਕਵਰ ਕਰਦੇ ਔਰ ਖੁਦਾਵੰਦ ਇਹ ਉਹ ਟੀਚਿੰਗ ਹੈ ਅਸੀਂ ਸ਼ੁਕਰ ਕਰਨੇ ਆ ਸਾਡੇ ਕੋਲ ਕੀ ਹੈ ਸਾਨੂੰ ਹੋਰ ਆਪਣੇ ਜਲਾਲ ਲਈ ਇਸਤੇਮਾਲ ਕਰੋ ਔਰ ਖੁਦਾਵੰਦ ਅਸੀਂ ਨੀਵੇਂ ਹੁੰਨੇ ਆ ਤੁਸੀਂ ਵੱਧਦੇ ਚਲੇ ਜਾਓ ਔਰ ਫਿਰ ਇੱਕ ਮਰਤਬਾ ਖੁਦਾਵੰਦ ਜਸਵਿੰਦਰ ਆਪਣੀ ਭੈਣ ਪਾਲੀ ਗੈਬਨ ਨੂੰ ਜੈਸਮੀਨ ਨੂੰ ਤੇ ਜਸਵਿੰਦਰ ਦੇ ਡੈਡੀ ਨੂੰ ਤੇ ਭੈਣ ਪਾਲੀ ਦੀ पूरी फैमिली इन्हां दी मदर सारिਆਂ उत्ते और जिहड़ी इमीडिएट फैमिली है तुहाडी बरकत इस फैमिली दे वसीले नाल उन्हां उत्ते डिगे और ਉਹ भी मुक्ति पाउण ते और सारिਆਂ कोल वड्डा ਇਹ वे कि तुहाडे नाम ਨੂੰ ਉੱਚਾ ਕਰਨ ਅਸੀਂ ਘੱਟ ਹੁੰਨੇ आ ਤੁਸੀਂ ਵੱਧਦੇ चले जाओ और इंज ही सानू अपने कलाम के मुताबिक चलने का बड़ा बल देना ते कोई चीज़ां इहदे विच ना वधाइए ना घटाइए साढ़े ते बड़ी किरपा करना और इंजी पवित्र आत्मा तुसी जिहड़े इस वचन दे लेखक हो इस पवित्र बाणी दे लेखक हो लिखारी हो आथर हो मुसन्नफ हो इंजी अपना हाथ साढ़े उत्ते रखना और तुहाडे खौफ विच असीं चलते जाइए तुहाडी सुन के चलते जाइए सारा महिमा जलाल इज्जत बुजुर्गी खुदा बाप खुदा बेटे पाक नूं तुहानूं दिंदे आ और ये सारा जलाल इकट्ठा करके तुहानूं दे दिंदे आ क्योंकि तुसी ही इस दे योग हो यसू मसीह दे नाम जदों लोग पढ़न हर रूहानी अंधापन यसू मसीह दे नाम टुटदा चला जाए तुहाडा शुक्र करने आ तुहाडे दूत भी लोकां दे विच काम करते और इस दी स्टडी विच लोकां दी रहनुमाई करदे नज़र आते रहन ते पवित्र आत्मा तुहाडा मसा उन्हां उत्ते रवे जिहड़ा बंधनां नूं खोले रूहानी अंधेपन नूं तोड़े और जलाल तुहाडा ही है यसू मसीह दे नाम च आमीन।